ਮੈਨੂੰ ਕਰਦਾ ਖੇਤੀ ਰਹਿਣ ਦੇ, ਤੂੰ ਰੱਖ ਆਪਣਾ ਰਾਜ ਸੰਭਾਲੀ ਓਏ। ਮੇਰੇ ਹੱਥੋਂ ਦਾਤੀ ਖੋਹ ਕੇ ਵਿਖਾ ਨਾ ਰਫਲ ਦੀ ਨਾਲੀ ਓਏ। ਸੂਵੇ ਵਾਲੀ ਪ੍ਰੈਨ ਨਾਲ ਮੈਂ ਝੋਟੇ ਕੀਤੇ ਹਾਲੀ ਓਏ। ਕਈਆਂ ਨੂੰ ਲੈ ਕੇ ਨਾਲ ਜਾਊਂ ਜੇ 100 ਮਰਨ ਦੀ ਖਾਲੀ ਓਏ। ਇੰਨਾ हड्डा ते हंडाए ਅਸੀਂ बड़े ही तूफान ओए। लेंदे पंजाब से सांझा पंजाब गाने वाले सिद्धू साबिर हमारे साथ मौजूद हैं। अस्सलाम वालेकुम सिद्धू भाई। अस्सलाम वालेकुम जी। अस्सलाम वालेकुम गोंदल साहब। अस्सलाम वालेकुम सारे सुनने वाले ने। वालेकुम अस्सलाम। सर किस तरह ख्याल आया कि चढ़दे पंजाब दे किसानां दे नाल जिहड़ा ना अपनी हमदर्दी दा इजहार जिहड़ा है कीता जाए और उन्हां नूं सलाम पेश कीता जाए, अपनी तरफों ट्राइब्यूट पेश कीता जाए। सर ख्याल बड़े दिन तो ना देख रहे सी, इंस्टाग्राम ते यूट्यूब ते फॉलो कर रहे सी। ਤੁਹਾਨੂੰ ਪਤਾ ਹੈ ਕਿ ਮੇਨ ਸਟ੍ਰੀਮ ਮੀਡੀਆ ਨਾ ਇੰਡੀਆ ਦਾ ਨਾ ਹੀ ਪਾਕਿਸਤਾਨ ਦਾ ਉਹ ਤੇ ਕਵਰ ਹੀ ਨਹੀਂ ਕਰ ਰਿਹਾ ਸੀ ਇਸ ਇਸ਼ੂ ਨੂੰ। ਵਿੱਚ ਬਹੁਤ ਸਾਰੀਆਂ ਡਿਵੈਲਪਮੈਂਟਸ ਬਹੁਤ ਤੋਂ ਫੋਲੋ ਕਰ ਰਹੇ ਹਾਂ ਕਿਉਂਕਿ ਚੜ੍ਹਦੇ ਪੰਜਾਬ ਦੀ 뮤직 ਇੰਡਸਟਰੀ ਨੂੰ ਸ਼ੁਰੂ ਤੋਂ ਅਸੀਂ ਦੇਖ ਰਹੇ ਹਾਂ। ਉਹਦੇ ਵਿੱਚ ਇੱਕ ਦੋ ਤਿੰਨ ਚੀਜ਼ਾਂ ਜਿਨ੍ਹਾਂ ਨੇ ਮੈਨੂੰ ਨਾ ਲਿਖਣ ਤੇ ਕਹਿ ਲੋ ਕਿ ਮਜਬੂਰ ਕੀਤਾ। ਇੱਕ ਮੈਂ ਪਹਿਲੇ ਵੀ ਜ਼ਿਕਰ ਕੀਤਾ, ਇੱਕ ਬਜ਼ੁਰਗ ਸਨ, ਮਾਜ਼ੂਰ ਸਨ ਤੇ ਵੀਲ ਚੇਅਰ ਤੇ ਆ ਰਹੇ ਸਨ। ਉਹਦਾ ਜਜ਼ਬਾ ਐਸੀ ਬੜੀ ਦੂਰੋਂ ਚੱਲ ਕੇ ਦਿੱਲੀ ਪ੍ਰੋਟੈਸਟ ਵਿੱਚ ਸ਼ਾਮਲ ਹੋਣ ਲਈ ਆ ਰਹੇ ਸਨ। ਤੇ ਦੂਸਰਾ ਇੱਕ ਟਹਿਣਾ ਸਾਹਿਬ ਨੇ ਜ਼ਿਕਰ ਕੀਤਾ ਸੀ, ਕੋਈ ਬੱਚੇ ਦੀ ਲਾਸ਼ ਗਈ ਸੀ ਤੇ ਵਾਲਦ ਸਾਹਿਬ ਉਹਦੀ ਜਗ੍ਹਾ ਤੇ ਆ ਗਏ ਸੀ। ਇਨਫੈਕਟ ਇਹ ਕਿਸਾਨ ਅਸੀਂ ਨਹੀਂ, ਸਾਨੂੰ ਪਤਾ ਹੈ ਕਿ ਜਿਹੜਾ ਜ਼ਿਮੀਦਾਰ ਹੈ ਨਾ ਉਹ ਪੰਜਾਬੀ ਚ ਕਹਿੰਦੇ ਉਹਦੀ ਪੂਰੀ ਨਹੀਂ ਪੈਂਦੀ। ਉਹ ਤੇ ਇੱਕ ਟਾਈਮ ਦੀ ਖਾ ਲੈਂਦਾ ਹੈ ਤੇ ਅਗਲੇ ਟਾਈਮ ਦਾ ਫਿਕਰ ਹੁੰਦਾ ਹੈ ਕਿ 6 ਮਹੀਨਿਆਂ ਬਾਅਦ ਉਹਨੂੰ ਕੋਈ ਚੀਜ਼ ਲੱਭਣੀ ਹੁੰਦੀ ਹੈ। ਜਦੋਂ ਉਹਨੂੰ ਵੀ ਤੁਸੀਂ ਜਕੜ ਦੇਣਾ ਹੈ ਕਿ ਵਪਾਰੀਆਂ ਦੇ ਹੱਥ 'ਚ ਉਹਦੀ ਜਾਨ ਦੇ ਦੇਣੀ ਹੈ, ਫਿਰ ਮੁਸ਼ਕਿਲਾਤ ਹੈ। ਸਾਡੇ ਵੀ ਹੋਇਆ ਇhtਜਾਜ, ਸਾਡੇ ਲਹਿੰਦੇ ਪੰਜਾਬ 'ਚ ਨਾ ਸਾਡੇ ਵੀ ਇhtਜਾਜ ਹੋਇਆ ਸੀ। ਸਾਡੇ ਕਿਸਾਨ ਭਰਾਵਾਂ ਨੇ ਵੀ ਡਾਂਗਾਂ ਸੋਟੇ ਲਾਠੀਆਂ ਖਾਧੀਆਂ ਸੀ, ਇਸ ਤਰ੍ਹਾਂ ਹੀ ਉਹ ਵੀ ਹੈ ਸੀ। ਲੇਕਿਨ ਇਹ ਵਾਲਾ ਇhtਜਾਜ ਹੈ ਨਾ, ਇਹ ਇੱਕ ਹਿਊਮਨ ਹਿਸਟਰੀ ਦਾ ਸਭ ਤੋਂ ਬੜਾ ਇhtਜਾਜ ਬਣ ਗਿਆ ਸੀ। ਨੋ ਡਾਊਟ। ਉਹਦੇ ਵਿੱਚ ਜਿਹੜੇ ਉੱਥੋਂ ਦੇ ਲਿਖਾਰੀ ਸਨ ਉਹਨਾਂ ਨੇ ਆਪਣਾ ਹਿੱਸਾ ਪਾਇਆ। ਮੈਂ ਜਿਹੜੇ ਇਹ ਗੀਤ ਤੇ ਸ਼ੁਰੂ ਚ ਬੋਲ ਹਨ ਨਾ, ਇਹ ਨਵੰਬਰ ਚ ਪਾਏ ਸਨ। ਯਾਰ ਕਿ ਜਿਹੜਾ ਗੀਤ ਹੈ ਨਾ ਉਹਦਾ ਮੀਡੀਅਮ ਬੜਾ ਹੈ। ਤੁਸੀਂ ਇੱਕ ਮੋਟੀਵੇਸ਼ਨ ਜਾਂ ਇੱਕ ਅਖਲਾਕੀ ਪਹਿਲੂ ਬਣਦਾ ਹੈ ਕਿ ਤੁਸੀਂ ਲਿਖਦੇ ਹੋ ਤੇ ਤੁਸੀਂ ਇੱਕ ਲਿਖ ਕੇ ਇੱਕ ਬੜੇ ਕੈਨਵਸ ਤੇ ਜ਼ਰਾ ਉਹਨੂੰ ਨਾ ਲੈ ਕੇ ਆਓ। ਉਹ ਇਸ ਕਰਕੇ ਸਾਡੇ ਜ਼ਿਹਨ 'ਚ ਇਹ ਥੀਮ ਆਇਆ, ਇਸੇ ਚੀਜ਼ ਨੂੰ ਲੈ ਕੇ ਅਸੀਂ ਇਹ ਗਾਣਾ ਬਣਾਇਆ ਸੀ। ਇਹਦੇ ਵਿੱਚ ਵੀ ਤੁਸੀਂ ਦੇਖੋਗੇ ਗਾਣੇ ਦੀਆਂ ਪਹਿਲੀਆਂ ਲਾਈਨਾਂ ਦੇ ਵਿੱਚ ਮੈਂ ਇਹੀ ਮੰਗ ਨਾਲ ਮਾਣ ਤੇਥੋਂ ਵਾਰ ਦਈਏ ਜਾਨ। ਤੁਸੀਂ ਦੇਖਿਆ ਹੋਣਾ ਕਿ ਜਿਹੜੀ ਇੰਡੀਅਨ ਫੌਜ ਹੈ ਨਾ ਉਹਦੇ 'ਚ ਜਿਹੜੇ ਇhtਜਾਜ ਕਰ ਰਹੇ ਨਾ, ਇਹ ਨਾਰਥ ਇੰਡੀਅਨਸ ਜਿਹੜੇ ਯਾਨੀ ਕਿ ਸ਼ਮਾਲੀ ਇਲਾਕਿਆਂ ਵਾਲੇ ਸਭ ਤੋਂ ਜ਼ਿਆਦਾ ਇਹੀ ਲੋਕ ਨੇ। ਇਹੀ ਉਹਨਾਂ ਵਾਸਤੇ ਜਾਨਾਂ ਵਾਰਦੇ ਨੇ, ਉਹੀ ਉਹਦੇ ਵਾਸਤੇ ਕੁਰਬਾਨ ਹੁੰਦੇ ਨੇ। ਤੇ ਹੁਣ ਜੇ ਕਿਸਾਨ ਬਿੱਲ ਦੇ ਵਿੱਚ ਇhtਜਾਜ ਕਰਨ ਵਾਲਾ ਤੇ ਇਹੀ ਅੱਗੇ ਨੇ। ਠੀਕ ਹੈ, ਅਸੀਂ ਇਹ ਬੀਇੰਗ ਏ ਕਿਸਾਨ ਨਾ ਸਾਡਾ ਇਹ ਫਰਜ਼ ਬਣਦਾ ਸੀ ਕਿ ਕੁਛ ਨਾ ਕੁਛ ਲਿਖੀਏ, ਕਿਉਂਕਿ ਸ਼ਾਉਰ ਸਾਡੇ ਕਿਸਾਨ ਨੂੰ ਵੀ ਆਏਗਾ ਇਹਦੇ ਨਾਲ। ਅੱਛਾ, ਹੁਣ ਗਾਣਾ ਜਦੋਂ ਸੁਣਿਆ ਬਹੁਤ ਸਾਰੇ ਲੋਕ ਇਸ ਚੀਜ਼ ਨਾਲ ਇੰਟਰੈਕਟ ਹੋਏ, ਜੁੜੇ ਨੇ। ਉਹ ਸਾਡੇ ਕੋਲ ਪੁੱਛਦੇ ਨੇ ਇਸ਼ੂ ਕੀ ਹੈ, ਚੀਜ਼ਾਂ ਕਿਉਂ ਇਸ ਤਰ੍ਹਾਂ ਇੰਨੀਆਂ ਵਿਗੜ ਗਈਆਂ। ਹਾਂਜੀ, ਉਹਦੇ 'ਚ ਸਾਡਾ ਕਿਸਾਨ ਵੀ ਬਾਸ਼ਊਰ ਹੋ ਰਿਹਾ ਹੈ ਜੀ, ਕਿਉਂਕਿ ਕਿਸਾਨ ਤੇ ਦੋਨਾਂ ਸਾਈਡਾਂ ਦਾ ਹੀ ਪਿਸ ਰਿਹਾ ਹੈ। ਅਗਰ ਉੱਥੋਂ ਦੀ ਕਿਸਾਨ ਤੇ ਕਿਸਾਨ ਹੀ ਹੈ, ਉਹ ਦੁਨੀਆ ਦੇ ਕਿਸੇ ਵੀ ਖਿੱਤੇ ਤੋਂ ਉਹਦਾ ਤਲਕ ਹੋਵੇ, ਕਿਸਾਨ ਕਿਸਾਨ ਹੀ ਹੈ। ਮੈਂ ਅੱਗੇ ਵੀ ਤੁਹਾਡੇ ਨਾਲ ਉਦੋਂ ਜ਼ਿਕਰ ਕੀਤਾ ਸੀ ਕਿ ਜਦੋਂ ਪਹਿਲਾ ਮਜ਼ਹਬ ਸੀ, ਪਹਿਲਾ ਇਨਸਾਨ ਇਸ ਦੁਨੀਆ ਤੇ ਆਇਆ ਸੀ, ਖੁਰਾਕ ਦੀ ਜ਼ਰੂਰਤ ਤੇ ਉਹਨੂੰ ਵੀ ਸੀ। ਉਹਨੇ ਵੀ ਕੁਛ ਨਾ ਕੁਛ ਤੇ ਖਾਧਾ ਹੋਏਗਾ ਨਾ, ਚਾਹੇ ਜੰਗਲ ਚੋਂ ਪੱਤੇ ਲੈ ਕੇ ਖਾਧੇ ਹੋਣਗੇ। ਜਿੱਦਾਂ ਜਿੱਦਾਂ ਆਬਾਦੀ ਵੱਧਦੀ ਗਈ, ਕੁਛ ਲੋਕਾਂ ਨੇ ਸਮਝਿਆ ਕਿ ਅਸੀਂ ਇਹਨੂੰ ਐਜ਼ ਏ ਪ੍ਰੋਫੈਸ਼ਨ ਲੈ ਲਈਏ, ਇਹਨੂੰ ਪੇਸ਼ਾ ਲੈ ਲਈਏ, ਦੁਨੀਆ ਨੂੰ ਖਿਲਾਉਣ ਦੀ ਜ਼ਿੰਮੇਵਾਰੀ ਅਸੀਂ ਲੈ ਲਈਏ। ਕੁਛ ਲੋਕ ਇਹਦੇ ਨਾਲ ਜੁੜ ਗਏ, ਇਹਦੇ ਲਈ ਇਹਨੂੰ ਮਜ਼ਹਬ ਨਾਲ ਰਿਲੇਟ ਕਰਕੇ ਅਸੀਂ ਇਹ ਕਹਿ ਦਈਏ ਕਿ ਫਲਾਣਾ ਮਜ਼ਹਬ ਦਾ ਇhtਜਾਜ ਹੈ ਤੇ ਅਸੀਂ ਇਹਦੇ 'ਚ ਕੋਈ ਹਿੱਸਾ ਨਹੀਂ ਪਾਣਾ। ਇਹਦੇ 'ਚ ਕੋਈ ਥੋੜਾ ਜਿਹਾ ਸਾਨੂੰ ਐ ਸੀ ਕਿ ਅਸੀਂ ਜੇ ਨਹੀਂ ਜੋਗੇ ਆ, ਅਸੀਂ ਆਵਾਜ਼ ਜਿਹੜੀ ਨਾ ਬੁਲੰਦ ਕਰੀਏ। ਤੇ ਉਹਦਾ ਸਾਨੂੰ ਬੜਾ ਅੱਛਾ ਰਿਸਪੌਂਸ ਮਿਲਿਆ, ਲੋਕਾਂ ਨੇ ਬੜਾ ਪਿਆਰ ਦਿੱਤਾ ਹੈ। ਲੋਕਾਂ ਨੇ ਆਖਿਆ ਕਿ ਸਹੀ ਹੈ, ਸਾਡੇ ਦਿਲ ਦੀ ਆਵਾਜ਼ ਹੈ। ਬਾਕੀ ਜਿਹੜਾ ਜ਼ਿਮੀਦਾਰ ਹੈ, ਕਿਸਾਨ ਹੈ, ਉਹ ਪਹਿਲੇ ਹੀ ਗਰੀਬ ਹੈ, ਆਪਾਂ ਨੂੰ ਪਤਾ ਹੀ ਹੈ। 65-70% ਆਬਾਦੀ ਜਿਹੜੀ ਉਸ ਪੰਜਾਬ ਦੀ, ਇਸ ਪੰਜਾਬ ਦੀ ਪਿੰਡਾਂ 'ਚ ਰਹਿੰਦੀ ਹੈ ਤੇ ਉਹਦਾ ਗੁਜ਼ਾਰਾ ਜਿਹੜਾ ਉਹ ਤੇ ਬੜਾ ਮੁਸ਼ਕਲ ਹੈ ਜੀ। ਬੱਚੇ ਪੜ੍ਹਨ ਤੋਂ ਰਹਿ ਜਾਂਦੇ ਆ, ਧੀਆਂ ਹੁੰਦੀਆਂ ਦੇਸ਼ ਦਾ ਨਾ ਹੋਣ ਕਰਕੇ।
ਉਹਨਾਂ ਦੀ ਤੇ ਅਗਰ ਦਾਸਤਾਨ ਲਿਖੀਏ ਤੇ ਇੱਥੇ ਤੇ ਜੀ ਸਫਿਆਂ ਦੇ ਸਫੇ ਮੁੱਕ ਜਾਣ ਜੀ, ਇੰਨਾ ਉਹਨਾਂ ਦਾ। ਉੱਤੋਂ ਫਿਰ ਉਹਨਾਂ ਦਾ ਜ਼ੁਲਮ, ਇਹ ਹੁਣ ਜਿਹੜੇ ਨਵੇਂ ਉਹਨਾਂ ਦੇ ਕਾਨੂੰਨ ਆ ਰਹੇ ਨੇ। ਔਰ ਕੀ ਲੱਗ ਰਿਹਾ ਹੈ ਇਹ ਅੰਦੋਲਨ ਜਿਹੜਾ ਹੈ, ਇhtਜਾਜ ਜਿਹੜਾ ਹੈ, ਕਿਸ ਪਾਸੇ ਜਾਏਗਾ ਤੁਹਾਡੀ ਨਜ਼ਰ 'ਚ? ਕਿਸ ਪਾਸੇ ਜਾ ਰਿਹਾ ਹੈ? ਸੁਪਰੀਮ ਕੋਰਟ ਆਫ ਇੰਡੀਆ ਨੇ ਵੀ ਜਿਹੜਾ ਹੈ ਨਾ ਉਹ ਥੋੜਾ ਜਿਹਾ ਸਾਥ ਦਿੱਤਾ ਹੈ ਕਿਸਾਨਾਂ ਦਾ। ਔਰ ਫਿਰ ਅਸੀਂ ਵੇਖਿਆ ਕਿ ਇੰਡੀਆ ਦਾ ਜਿਹੜਾ ਯੋਮੇ ਇੰਡੀਆ ਸੀ, ਉਹਦਾ ਜਿਹੜਾ ਦਿਨ ਵਾਲੇ ਦਿਨ ਲਾਲ ਕਿਲੇ ਤੇ ਵੀ ਝੰਡਾ ਲਹਿਰਾਇਆ ਗਿਆ। ਬਹੁਤ ਜ਼ਿਆਦਾ ਉਹਦਾ ਨੈਗੇਟਿਵ ਇੰਪੈਕਟ ਵੀ ਪਿਆ, ਨੈਗੇਟਿਵ ਰਿਵਿਊਜ਼ ਵੀ ਆਏ ਬਹੁਤ ਸਾਰੇ ਲੋਕਾਂ ਵੱਲੋਂ। ਐਜ਼ ਏ ਪੰਜਾਬੀ ਔਰ ਐਜ਼ ਏ ਕਿਸਾਨ, ਤੁਸੀਂ ਉਸ ਜਿਹੜਾ ਇਨਸੀਡੈਂਟ ਸੀ, ਉਸ ਅਮਲ ਨੂੰ ਤੁਸੀਂ ਕਿਸ ਤਰ੍ਹਾਂ ਵੇਖ ਰਹੇ ਹੋ? ਲਾਲ ਕਿਲੇ ਦੇ ਉੱਤੇ ਖਾਲਿਸਤਾਨ ਦਾ ਝੰਡਾ ਲਹਿਰਾਇਆ ਜਾਂ ਨਹੀਂ ਲਹਿਰਾਇਆ, ਉਸ ਅਮਲ ਨੂੰ ਤੁਸੀਂ ਕਿਸ ਤਰ੍ਹਾਂ ਵੇਖ ਰਹੇ ਹੋ? ਅਸਲ 'ਚ ਇਨਸਾਨ ਦਾ ਜਿਸਮ ਬਹੁਤ ਖੂਬਸੂਰਤ ਹੁੰਦਾ ਹੈ, ਚਾਹੇ ਕੋਈ ਵੀ ਇਨਸਾਨ ਹੈ ਨਾ, ਜਿਸਮ ਖੂਬਸੂਰਤ ਹੁੰਦਾ ਹੈ, ਲੇਕਿਨ ਉਹਦੇ ਤੇ ਇੱਕ ਕੋਈ ਫਿੰਸੀ ਨਿਕਲਿਆ ਹੋਵੇ ਨਾ, ਜਿਹੜੀ ਹੁੰਦੀ ਨਾ ਮੱਖੀ, ਉਹਨੇ ਫਿੰਸੀ ਲੱਭ ਕੇ ਤਲਾਸ਼ ਕਰਕੇ ਉਹਦੇ ਤੇ ਬਹਿਣਾ ਹੁੰਦਾ ਹੈ। ਜਿਹੜਾ ਗੋਦੀ ਮੀਡੀਆ ਹੈ ਉਹਦਾ ਵੀ ਇਹੀ ਹੈ। ਇੰਨੇ ਦਿਨ ਹੋ ਗਏ ਨੇ ਕਿਸਾਨ ਉੱਥੇ ਮਰ ਰਹੇ ਨੇ, ਇhtਜਾਜ ਕਰ ਰਹੇ ਨੇ, ਪੁਰ ਅਮਨ ਨੇ, ਉਹਨਾਂ ਨੇ ਇੱਕ ਪੱਤਾ ਨਹੀਂ ਤੋੜਿਆ, ਕੋਈ ਉਹਨਾਂ ਨੇ ਸਿਰਫ ਬੈਰੀਅਰ ਹਟਾਉਣ ਦੀ ਹੱਦ ਤੱਕ ਕਿ ਮੰਜ਼ਿਲ ਤੇ ਪਹੁੰਚਣਾ ਸੀ। ਲੇਕਿਨ ਇੱਕ ਇਨਸੀਡੈਂਟ ਹੋਇਆ ਐਸਾ, ਉਹ ਨਹੀਂ ਹੋਣਾ ਚਾਹੀਦਾ ਸੀ, ਠੀਕ ਹੈ ਨਾ? ਕਿਸੇ ਵੀ ਮੁਲਕ ਦਾ ਹਾਈਲਾਈਟ ਕਰ ਦਿੱਤਾ, ਉਹ ਨਹੀਂ ਹੋਣਾ ਚਾਹੀਦਾ ਸੀ ਇਨਸੀਡੈਂਟ। ਉਹਨੂੰ ਅਸੀਂ ਨਹੀਂ ਕਹਿ ਰਹੇ ਕਿ ਉਹ ਅੱਛਾ ਨਹੀਂ ਹੋਇਆ, ਲੇਕਿਨ ਉਹਨੂੰ ਸਾਰੀ ਉਹਨਾਂ ਦੀ ਮੂਵਮੈਂਟ ਨੂੰ ਨਿਗਲੈਕਟ ਕਰ ਦਿੱਤਾ ਜਾਵੇ, ਜਾਂ ਇਹ ਆਪਾਂ ਕਹਿ ਦਈਏ ਕਿ ਆਂਡੂ ਹੋ ਗਿਆ ਹਰ ਚੀਜ਼, ਜਿੰਨੀ ਉਹਨਾਂ ਨੇ ਹੁਣ ਤੱਕ ਸਟਰਗਲ ਕੀਤੀ ਹੈ। 100 ਤੋਂ ਜ਼ਿਆਦਾ ਲਾਸ਼ਾਂ ਉਹਦੇ ਘਰ ਗਈਆਂ ਨੇ, ਉੱਥੇ ਮਾਂਗੀਆਂ ਬੈਠੀਆਂ ਹੋਈਆਂ ਨੇ, ਉੱਥੇ ਲੋਕ ਬੈਠੇ ਹੋਏ ਨੇ। ਆਪਾਂ ਜਸਟ ਇੱਕ ਇਨਸੀਡੈਂਟ ਨਾਲ ਇਹਨੂੰ ਸਾਰੀ ਉਹਦੀ ਸਟਰਗਲ ਨੂੰ, ਸਾਰੀ ਉਹਦੀ ਮੂਵਮੈਂਟ ਨੂੰ ਆਪਾਂ ਆਂਡੂ ਨਹੀਂ ਕਰ ਸਕਦੇ। ਔਰ ਸਿੱਧੂ ਭਾਈ, ਅਗਰ ਤੁਹਾਡੀ ਗੱਲ ਕੀਤੀ ਜਾਏ, ਤੁਸੀਂ ਲਹਿੰਦੇ ਪੰਜਾਬ 'ਚੋਂ ਤੁਹਾਡਾ ਤਲਕ ਹੈ ਔਰ ਬੜਾ ਖੂਬਸੂਰਤ ਗਾਣਾ, ਬੜੇ ਖੂਬਸੂਰਤ ਲਿਰਿਕਸ ਤੁਸੀਂ ਲਿਖੇ ਨੇ, ਸਾਂਝਾ ਪੰਜਾਬ। ਤੁਹਾਡਾ ਜਿਹੜਾ ਨਾ ਤਲਕ ਕਿਸ ਏਰੀਏ ਤੋਂ ਹੈ? ਬੈਕਗਰਾਉਂਡ ਥੋੜਾ ਜਿਹਾ ਸਾਡੇ ਜਿਹੜੇ ਨਾਜ਼ਰੀਨ ਨੇ ਉਹਨਾਂ ਨਾਲ ਸ਼ੇਅਰ ਕਰੋ। ਜੀ ਮੈਂ ਜੀ ਸਾਹੀਵਾਲ ਜ਼ਿਲ੍ਹਾ ਹੈ ਮੇਰਾ, ਤੇ ਤਹਿਸੀਲ ਵੀ ਸਾਹੀਵਾਲ ਹੀ ਹੈ, ਤੇ ਸਾਹੀਵਾਲ ਦੇ ਚੜ੍ਹਦੇ ਪਾਸੇ ਨਾ 20-25 ਕਿਲੋਮੀਟਰ ਦੂਰ ਪਿੰਡ ਹੈ 49 ਹੈ, ਉੱਥੇ ਹੀ ਮੈਂ ਰਹਿਣਾ ਵਾ। ਇਹ ਥੋੜਾ ਜਿਹਾ ਕਨੈਕਸ਼ਨ ਦਾ ਪ੍ਰੋਬਲਮ ਜਿਹੜਾ ਆ ਰਿਹਾ, ਇਹ ਵੀ ਇਸੇ ਕਰਕੇ ਰਹਿ ਰਿਹਾ ਕਿ ਅਸੀਂ ਪਿੰਡਾਂ 'ਚ ਰਹਿਣਾ, ਸਾਡੇ ਨਾਲ ਸਾਰੇ ਸਤਿਲਾ ਸਲੂਕ ਕਰਦੇ ਆ। ਉਹ ਇਸੇ ਤਰ੍ਹਾਂ ਮੋਬਾਈਲ ਕੰਪਨੀ ਵਾਲਿਆਂ ਦਾ ਵੀ ਸਾਡੇ ਨਾਲ ਹੁੰਦਾ ਹੈ। ਮੈਂ ਪਿੰਡ 'ਚ ਰਹਿਣਾ ਹੈ ਜੀ ਸਾਹੀਵਾਲ, ਤੇ ਬਾਈ ਪ੍ਰੋਫੈਸ਼ਨ ਮੈਂ ਕਿਸਾਨ ਹਾਂ। ਆਪਣੀ ਇੱਥੇ ਫੁੱਲ ਟਾਈਮ ਕਿਸਾਨ ਹੋ ਜੀ? ਮੈਂ ਕਿਹਾ ਫੁੱਲ ਟਾਈਮ ਕਿਸਾਨ ਹੋ ਔਰ ਨਾਲ ਟੀਚਿੰਗ ਵੀ, ਔਰ ਸਿੰਗਿੰਗ ਦਾ ਖਿਆਲ ਕਿਸ ਤਰ੍ਹਾਂ ਆਇਆ? ਸਿੰਗਿੰਗ ਨਹੀਂ, ਮੈਂ ਟੀਚਿੰਗ ਵੀ ਕਰਦਾ ਜੀ, ਤੇ ਆ ਕੇ ਆਪਣਾ ਬਾਗ ਵਗੈਰਾ ਵੀ ਲਾਇਆ ਵਾ, ਤੇ ਟਰੈਕਟਰਾਂ ਨਾਲ, ਤੇ ਬਾਕੀ ਜ਼ਿੰਮੇਦਾਰਾ ਮਾਸ਼ਾਅੱਲਾ ਆਪਣਾ ਠੀਕ ਹੈ, ਸੋਹਣਾ ਰੱਬ ਦਾ ਜਿਹੜਾ ਨਾ ਗੁਜ਼ਾਰਾ ਰੱਬ ਚੱਲੀ ਜਾਂਦਾ ਹੈ। ਮਜ਼ਦੂਰੀ ਹੁੰਦੀ ਕਿਸਾਨ ਤੇ, ਬੇਸਿਕਲੀ ਮਜ਼ਦੂਰੀ ਹੁੰਦਾ ਹੈ ਜੀ। ਉਹਦੀਆਂ ਰਾਤਾਂ ਵਿੱਚ ਜਦੋਂ ਸਾਰੇ ਸੁੱਤੇ ਹੁੰਦੇ ਆ, ਉਹ ਸੱਪਾਂ ਦੇ ਸਿਰ ਮਿੱਧਣ ਡਿਆ ਹੁੰਦਾ ਹੈ, ਤੇ ਹਾੜ ਦੀਆਂ ਦੁਪਹਿਰਾਂ ਵਿੱਚ ਨੰਗੇ ਪੈਰ ਉਹ ਨੱਕੇ ਬੰਨਣ ਡਿਆ ਹੁੰਦਾ ਜੀ, ਤੇ ਮਜ਼ਦੂਰੀ ਕਰੀਦੀ ਹੈ। ਗੁਲੂਕਾਰੀ ਦਾ ਖਿਆਲ ਕਿਸ ਤਰ੍ਹਾਂ ਆਇਆ? ਸਿੰਗਿੰਗ ਵੱਲ ਕਿਸ ਤਰ੍ਹਾਂ ਆ ਗਿਆ? ਸ਼ੌਕੀਆ ਔਰ ਲਿਰਿਕਸ ਲਿਖਣ ਦਾ, ਲਿਖਾਰੀ ਹੋਣਾ ਵੀ ਇੱਕ ਅਲੱਗ ਟੈਲੈਂਟ ਹੈ। ਲਿਖਦਾ ਹੀ ਸੀ ਜੀ ਪਹਿਲੇ, ਮੈਂ ਗੁਲੂਕਾਰੀ ਨਹੀਂ ਮੈਂ ਕਰਦਾ ਸੀ ਜੀ। ਗੁਲੂਕਾਰੀ ਜੇ ਕਹੋ ਤੇ ਹੁਣ ਵੀ ਮੈਂ ਜਿਹੜਾ ਨਾ ਸਿੱਖ ਰਿਹਾ ਹੁਣ, ਕਿਉਂਕਿ ਜਦੋਂ ਇੱਕ ਦਰਿਆ ਦੇ ਵਿੱਚ ਤੁਸੀਂ ਛਾਲ ਮਾਰਨੀ ਹੈ, ਤੁਹਾਨੂੰ ਤਰਨਾ ਆਉਣਾ ਚਾਹੀਦਾ ਹੈ। ਮੈਂ ਸਿਰਫ ਲਿਖਦਾ ਸੀ ਜੀ, ਲੇਕਿਨ ਮੈਂ ਲਿਖਦਾ ਹੁੰਦਾ ਸੀ ਜੀ ਇਸ ਧਰਤੀ ਦੇ ਦੁੱਖ, ਆਸੇ-ਪਾਸੇ ਜਿਹੜੇ ਫੀਲਿੰਗਸ ਮੈਨੂੰ ਦਿਸਦੀਆਂ ਸੀ, ਜੋ ਲੋਕ ਮੈਨੂੰ ਦੇਖਦੇ ਸੀ, ਮੈਂ ਉਹਨਾਂ ਦੇ ਦੁੱਖ ਲਿਖਦਾ ਸੀ, ਔਰ ਉਹਨਾਂ ਨੂੰ ਗਾਣ ਨੂੰ ਕੋਈ ਤਿਆਰ ਨਹੀਂ ਹੁੰਦਾ ਸੀ। ਮੈਨੂੰ ਪਤਾ ਸੀ ਮੇਰਾ ਪਹਿਲਾ ਗਾਣਾ ਵੀ ਖੇਤੀ ਤੇ ਆਇਆ ਸੀ, ਮੈਨੂੰ ਪਤਾ ਸੀ ਇਹਨੂੰ ਵਿਊਜ਼ ਨਹੀਂ ਵੱਜਣੇ, ਉਹ ਕਿਉਂਕਿ ਉਹ ਚੀਜ਼ ਨੂੰ ਲੈ ਕੇ, ਜ਼ਿਮੀਂਦਾਰ ਦੀ ਚੀਜ਼ ਨੂੰ ਲੈ ਕੇ, ਲੇਕਿਨ ਮੈਂ ਫਿਰ ਵੀ ਖੇਤੀ ਤੇ ਹੀ ਕੀਤਾ ਸੀ। ਤੇ ਬਾਕੀ ਜਿਹੜੇ ਇਸ ਵਸੇਬ, ਇਸ ਧਰਤੀ ਨੂੰ, ਇਸ ਮਿੱਟੀ ਨੂੰ, ਇਸ ਦੁਨੀਆ ਨੂੰ, ਇਸ ਸਮਾਜ ਨੂੰ ਲੈ ਕੇ ਅੱਗੇ ਵੀ ਪ੍ਰੋਜੈਕਟ ਆ ਰਹੇ ਆ, ਉਹ ਜਿਹੜੇ ਮੈਂ ਲਿਖਦਾ ਜੀ, ਉਹ ਗਾਣ ਵਾਲੇ ਵਾਸਤੇ ਨਾ ਥੋੜੇ ਜਿਹਾ ਮੁਸ਼ਕਿਲ ਹੁੰਦੇ। ਜਿਹੜਾ ਬੰਦੇ ਨੇ ਇੱਕ ਨੇ ਗਾਣਾ ਹੁੰਦਾ ਹੈ, ਉਹਦੇ ਵਾਸਤੇ ਇੱਕ ਕਮਰਸ਼ੀਅਲ ਪੁਆਇੰਟ ਆਫ ਵਿਊ ਨਾਲ ਹੋ ਸਕਦਾ ਹੈ ਏਡੇ ਨਾ ਉਹ ਫਿਜ਼ੀਬਲ ਨਾ ਹੋਣ, ਉਹ ਫਿਰ ਮੈਂ ਆਪ ਹੀ ਕਰ ਰਿਹਾ ਜੀ ਜਿਹੜੇ ਲੋਕਾਂ ਵਾਸਤੇ ਨਾ। ਬਾਕੀ ਦੋਸਤਾਂ ਨੂੰ ਵੀ ਲਿਖ ਕੇ ਦੇ ਰਿਹਾ ਜੇ ਇਹੋ ਜਿਹੀ ਕਿਸੇ ਦੀ ਡਿਮਾਂਡ ਹੁੰਦੀ ਹੈ, ਲੇਕਿਨ ਜਿਹੜੇ ਕੋਈ ਨਹੀਂ ਕਰਦਾ, ਉਹ ਮੈਨੂੰ ਫਿਰ ਆਪ ਹੀ ਕਰਨੇ ਪੈਂਦੇ ਆ। ਔਰ ਤੁਹਾਡਾ ਸਾਥ ਦਿੱਤਾ ਸਮੀ ਜੱਟ ਨੇ, ਉਹਨਾਂ ਦੀ ਆਵਾਜ਼ ਦਾ ਜਾਦੂ ਵੀ ਅਸੀਂ ਸੁਣਿਆ ਇਸ ਗਾਣੇ ਦੇ ਵਿੱਚ। ਔਰ ਅਗਰ ਗੱਲ ਕੀਤੀ ਜਾਏ ਚੜ੍ਹਦੇ ਪੰਜਾਬ ਦੀ, ਚੜ੍ਹਦੇ ਪੰਜਾਬ ਵੱਲੋਂ ਕਿਸ ਤਰ੍ਹਾਂ ਦਾ ਰਿਸਪੌਂਸ ਆਇਆ? ਕਿੰਨਾ ਪਿਆਰ ਮਿਲਾ? ਕੋਈ ਪੈਗਾਮਾਤ ਆਏ ਉਹਨਾਂ ਪੰਜਾਬੀ ਭਰਾਵਾਂ ਦੀ ਤਰਫੋਂ?
ਬਹੁਤ ਅੱਛਾ ਰਿਸਪੌਂਸ ਆਇਆ ਜੀ। ਬਲਕਿ ਸਾਨੂੰ ਤੁਸੀਂ ਕਹਿ ਲਓ ਕਿ 100 ਚੋਂ 70% ਕਮੈਂਟ ਹੈ ਨਾ ਜਿਹੜੇ, ਉਹ ਸਾਡੇ ਸਰਦਾਰ ਵੀਰਾਂ ਦੇ, ਸਾਡੇ NRI ਪੰਜਾਬੀ ਭਰਾਵਾਂ ਦੇ, ਸਾਨੂੰ ਫੋਨ ਕਾਲ, ਬਹੁਤ ਪਿਆਰ ਮਿਲਿਆ ਸਾਨੂੰ ਉਹਨਾਂ ਦਾ। ਇਨਫੈਕਟ ਇਹ ਹੈ ਕਿ ਜਿਹੜੇ ਹੁੰਦੇ ਨਾ ਰਾਜਨੀਤੀ, ਇਹ ਬੜੀ ਕੰਪਲਿਕੇਟਡ ਚੀਜ਼ ਹੈ ਜੀ। ਉੱਥੇ ਇਹੀ ਦੱਸਿਆ ਗਿਆ ਹੈ ਕਿ ਜਿਹੜਾ ਪਾਕਿਸਤਾਨ ਦਾ ਹੈਗਾ ਹੈ ਨਾ ਸ਼ਹਿਰੀ, ਹਕੂਮਤ ਕੋਈ ਨਹੀਂ ਹੁੰਦੀ, ਪਾਕਿਸਤਾਨ ਦਾ ਸ਼ਹਿਰੀ ਤੁਹਾਡੇ ਨਾਲ ਨਫ਼ਰਤ ਕਰਦਾ ਹੈ। ਉੱਥੇ ਇਹੀ ਲੋਕਾਂ ਨੂੰ ਬ੍ਰੇਨ ਵਾਸ਼ਿੰਗ ਕੀਤੀ ਗਈ ਹੈ ਹੁਣ ਤੱਕ। ਉਹ ਜਦੋਂ ਸਾਡੇ ਵੱਲੋਂ ਇਸ ਕਿਸਮ ਦਾ ਪੈਗਾਮ ਜਾਂਦਾ ਹੈ ਨਾ, ਉਹਨੂੰ ਬੜਾ ਮੁਸਬਤ ਲਿਆ ਜਾਂਦਾ ਹੈ ਜੀ। ਸਾਡੇ ਪੰਜਾਬ ਦੀ ਹੱਦ ਤੱਕ ਅਸੀਂ ਗੱਲ ਕਰਾਂਗੇ, ਕਿਸਾਨ ਦੀ ਹੱਦ ਤੱਕ, ਪੰਜਾਬ ਹਰਿਆਣੇ ਦੇ ਕਿਸਾਨਾਂ ਦੀ ਹੱਦ ਤੱਕ ਸਾਨੂੰ ਬਹੁਤ ਅੱਛਾ ਰਿਸਪੌਂਸ ਮਿਲਿਆ ਜੀ। ਕਹ ਲਓ ਕਿ ਇਸ ਬਾਰਡਰ ਤੋਂ ਲੈ ਕੇ ਦਿੱਲੀ ਤੱਕ, ਵਾਘੇ ਤੋਂ ਦਿੱਲੀ ਤੱਕ ਸਾਨੂੰ ਬਹੁਤ ਪਿਆਰ ਮਿਲਿਆ ਜੀ, ਬਹੁਤ ਹੀ ਜ਼ਿਆਦਾ ਪਿਆਰ ਮਿਲਿਆ ਜੀ। ਔਰ ਸਿੱਧੂ ਭਾਈ, ਕੀ ਪੈਗਾਮ ਦੇਣਾ ਚਾਹੋਗੇ ਜਿਹੜੇ ਸਾਡੇ ਨਾਜ਼ਰੀਨ ਨੇ ਔਰ ਜਿਹੜੇ ਚੜ੍ਹਦੇ ਪੰਜਾਬ ਦੇ ਸਾਡੇ ਪੰਜਾਬੀ ਭਾਈ ਨੇ, ਔਰ ਉਹਨਾਂ ਖਾਸ ਕਰ ਉਹਨਾਂ ਕਿਸਾਨਾਂ ਨੂੰ, ਉਹਨਾਂ ਹਜ਼ਾਰਾਂ ਕਿਸਾਨਾਂ ਨੂੰ ਜਿਹੜਾ ਤਕਰੀਬਨ 2 ਮਹੀਨੇ ਤੋਂ ਦਿੱਲੀ ਦੇ ਵਿੱਚ ਬੈਠੇ ਨੇ? ਪੈਗਾਮ ਜੀ ਦੁਆ, ਇੱਕ ਜਿਹੜੇ ਭਰਾ ਉੱਥੇ ਬੈਠੇ ਨੇ ਨਾ, ਉਹ ਖੈਰੀ ਸਲਾਮਤੀ ਆਪਣੇ ਘਰਾਂ ਨੂੰ ਆਣ। ਉਹ ਜਿਹੜੇ ਕਾਨੂੰਨ ਨੂੰ ਲੈ ਕੇ ਉੱਥੇ ਬੈਠੇ ਹੋਏ ਨੇ ਕਿ ਉਹ ਕਾਨੂੰਨ ਗਲਤ ਹੈ, ਉਹਨਾਂ ਦੀਆਂ ਜਿਹੜੀਆਂ ਉਹਨਾਂ ਕੋਲ ਹਥਿਆਵਣ ਦਾ ਕਾਨੂੰਨ ਹੈ, ਉਹਨਾਂ ਤੇ ਜ਼ੋਰ ਜ਼ਬਰਦਸਤੀ ਦਾ ਕਾਨੂੰਨ ਹੈ। ਸਾਡਾ ਇਹ ਕਿ ਉਹ ਜਿਹੜਾ ਨਾ ਉਥੋਂ ਦੀ ਸਰਕਾਰ ਹੈ ਨਾ ਜਿਹੜੀ, ਕਿਉਂਕਿ ਜੇ ਸਰਕਾਰ ਦੇਖੇ ਤੇ ਉਹਦੇ ਬੜਾ ਨੈਗੇਟਿਵ ਇਮੇਜ ਆ ਰਿਹਾ ਹੈ। ਇੰਡੀਆ ਕਹਿੰਦਾ ਕਿ ਦੁਨੀਆ ਦੀ ਸਭ ਤੋਂ ਬੜੀ ਜਮਹੂਰੀਅਤ, ਜਮਹੂਰੀਅਤ ਦਾ ਮਤਲਬ ਹੁੰਦਾ ਜਮਹੂਰ, ਲੋਕਾਂ ਨਾਲ ਮਿਲ ਕੇ ਬਣਦੀ ਜਮਹੂਰੀਅਤ। ਜਦੋਂ ਲੋਕਾਂ ਨੂੰ ਤੁਸੀਂ ਉਹਨਾਂ ਦੇ ਹੱਕ ਨਹੀਂ ਦਿੰਦੇ, ਫਿਰ ਜਮਹੂਰੀਅਤ ਤੇ ਨਾ ਹੋਈ। ਸਾਡਾ ਇਹੀ ਪੈਗਾਮ ਹੈ ਜੀ ਕਿ ਉੱਥੋਂ ਦੇ ਭਾਈ ਸਾਡੇ ਆਪਣੇ ਹੱਕ ਲੈ ਕੇ ਵਾਪਸ ਆਣ, ਉਹਨਾਂ ਦਾ ਜੋ ਰਾਈਟ ਹੈ ਉਹਨਾਂ ਨੂੰ ਮਿਲੇ। ਸਾਡੀ ਇਹ ਦੁਆ ਹੈ ਜੀ, ਤੇ ਅਸੀਂ ਅਖਲਾਕੀ ਮਦਦ ਕਰ ਸਕਦੇ ਹਾਂ, ਉਹ ਅਸੀਂ ਅੱਗੇ ਵੀ ਗੀਤਾਂ ਦੇ ਰਾਹੀਂ, ਸੋਹਣੇ ਸੋਹਣੇ ਪੈਗਾਮਾਂ ਦੇ ਰਾਹੀਂ, ਮੁਹੱਬਤ ਦੇ ਰਾਹੀਂ ਅਸੀਂ ਉਹਨਾਂ ਤੱਕ ਪਹੁੰਚਾਉਂਦੇ ਰਵਾਂਗੇ। ਬਹੁਤ ਸ਼ੁਕਰੀਆ ਸਿੱਧੂ ਸਾਬਿਰ ਤੁਹਾਡਾ ਸਾਡੇ ਨਾਜ਼ਰੀਨ ਨੂੰ ਔਰ ਸਾਨੂੰ ਟਾਈਮ ਦੇਣ ਨਾਲ, ਔਰ ਬੜਾ ਖੂਬਸੂਰਤ ਪੈਗਾਮ ਦਿੱਤਾ ਤੁਸੀਂ ਚੜ੍ਹਦੇ ਪੰਜਾਬ ਦੇ ਪੰਜਾਬੀ ਭਾਈਆਂ ਨੂੰ। ਬਹੁਤ ਸ਼ੁਕਰੀਆ। ਬਹੁਤ ਮਿਹਰਬਾਨੀ ਗੋਂਦਲ ਸਾਹਿਬ, ਬਹੁਤ ਸ਼ੁਕਰੀਆ ਵੀਰ ਜੀ।